ਆਓ ਸੁਣੀਏ ਕੁਲਵੰਤ ਸਿੰਘ ਵਿਰਕ ਦੀ ਕਹਾਣੀ ਗਜਰੇ। ਨਿੱਕੀਆਂ ਜਮਾਤਾਂ ਵਿੱਚ ਮਾਸਟਰ ਜੀ ਨੇ ਦੱਸਿਆ ਕਿ ਕਿਸ ਤਰ੍ਹਾਂ ਕੋਲੰਬਸ ਨੇ ਕਈ ਮਹੀਨੇ ਦਿਨ ਰਾਤ ਅਥਾਹ ਸਮੁੰਦਰਾਂ ਵਿੱਚ ਪੰਬਲ ਪੂਸੇ ਖਾਣ ਪਿੱਛੋਂ ਇੱਕ ਦਿਨ ਅਚਨਚੇਤ ਸਵੇਰੇ ਉੱਠ ਕੇ ਅਮਰੀਕਾ ਦੀ ਧਰਤੀ ਤੱਕੀ ਤੇ ਫਿਰ ਉਹ ਸਾਤੋਂ ਪੁੱਛਦੇ, ਭਾਈ ਦੱਸੋ ਉਹ ਕਿੰਨਾ ਕੁ ਖੁਸ਼ ਹੋਇਆ ਹੋਣਾ ਹੈ। ਘਬਰਾਏ ਹੋਏ ਅਸੀਂ ਬਿਨਾਂ ਕੁਝ ਮਹਿਸੂਸ ਕਰਨ ਦੇ ਹੀ ਕਹਿ ਦਿੰਦੇ, ਬੜਾ। ਤੇ ਫਿਰ ਵੱਡੀਆਂ ਜਮਾਤਾਂ ਵਿੱਚ ਆ ਕੇ ਰੇਡੀਅਮ ਦੀ ਗੱਲ ਆਈ। ਮੈਡਮ ਕਿਊਰੀ ਕਈ ਮਹੀਨੇ ਇੱਕ ਲਿਸ਼ਕਦਾਰ ਮਾਦੇ ਨੂੰ ਘੋਟਦੀ ਪੁਣਦੀ ਰਹੀ ਤੇ ਫਿਰ ਇੱਕ ਦਿਨ ਉਸ ਬੂਹੇ ਦੀ ਵਿਰਲ ਵਿੱਚੋਂ ਧਿਆਨ ਮਾਰਿਆ ਤਾਂ ਰੇਡੀਅਮ ਬਣਿਆ ਹੋਇਆ ਸੀ। ਤੇ ਫਿਰ ਮਾਸਟਰ ਜੀ ਪੁੱਛਦੇ, ਦੱਸੋ ਰੇਡੀਅਮ ਬਣਿਆ ਵੇਖ ਕੇ ਉਹ ਕਿੰਨਾ ਕੁ ਖੁਸ਼ ਹੋਈ ਹੋਣੀ ਏ। ਤੇ ਅਸੀਂ ਫੇਰ ਕਹਿ ਦਿੰਦੇ, ਬੜਾ। ਸਾਨੂੰ ਅਸਲ ਵਿੱਚ ਕੋਈ ਪਤਾ ਨਹੀਂ ਸੀ ਹੁੰਦਾ ਕਿ ਉਹ ਕਿੰਨੇ ਕੁ ਖੁਸ਼ ਹੋਏ ਹੋਣੇ ਨੇ ਤੇ ਨਾ ਹੀ ਅਸਾਂ ਕਦੀ ਇਹ ਕਿਆਸ ਕਰਨ ਦੀ ਕੋਸ਼ਿਸ਼ ਹੀ ਕੀਤੀ ਸੀ। ਪਰ ਪਿਛਲੇ ਦਿਨੀਂ ਮੈਨੂੰ ਕੁਝ ਗਿਆਨ ਹੋਇਆ ਕਿ ਉਹ ਕਿੰਨੇ ਕੁ ਖੁਸ਼ ਹੋਏ ਹੋਣੇ ਨੇ। ਮੈਂ ਦੱਸਦਾ ਹਾਂ ਕਿਸ ਤਰ੍ਹਾਂ। ਉਹ ਕੁਝ ਇਸ ਤਰ੍ਹਾਂ ਦੀ ਹੀ ਕੁੜੀ ਸੀ, ਠੰਡੀ ਜਿਹੀ, ਗੰਭੀਰ ਜਿਹੀ, ਅਡੋਲ ਜਿਹੀ। ਉਸ ਦੇ ਮੂੰਹ ਤੇ ਕਦੀ ਕਿਸੇ ਨੇ ਬਹੁਤੀ ਖੁਸ਼ੀ ਜਾਂ ਬਹੁਤੀ ਗਮੀ ਉਕਰੀ ਹੋਈ ਨਹੀਂ ਵੇਖੀ ਸੀ। ਜੇ ਉਸ ਦੇ ਦਿਲ ਵਿੱਚ ਕਦੀ ਕੋਈ ਤੂਫਾਨ ਆਏ ਵੀ ਸਨ ਤਾਂ ਉਹਨਾਂ ਦਾ ਅਸਰ ਕਦੀ ਉਸ ਦੇ ਚਿਹਰੇ ਤੱਕ ਨਹੀਂ ਸੀ ਅੱਪੜਿਆ। ਉਸ ਦੀਆਂ ਅੱਖਾਂ ਸਦਾ ਹੀ ਸੀਤਲ ਜਿਹੀਆਂ ਰਹਿੰਦੀਆਂ, ਜਿਸ ਤਰ੍ਹਾਂ ਭਰੀ ਹੋਈ ਲੱਸੀ ਦੀ ਚਾਟੀ ਵਿੱਚ ਮਧਾਣੀ ਭਾਵੇਂ ਕਿੰਨੇ ਜ਼ੋਰ ਦੀ ਫਿਰੇ, ਕੰਡਿਆਂ ਤੋਂ ਹੇਠਲੀ ਤੜਫਾਹਟ ਦਾ ਕੁਝ ਪਤਾ ਨਹੀਂ ਲੱਗਦਾ। ਜ਼ਬਤ ਅਤੇ ਸਾਊਪੁਣੇ ਦਾ ਉਹ ਕੁੜੀ ਸਿਖਰ ਸੀ। ਆਪਣੇ ਇੱਕ ਦੋਸਤ ਨੂੰ ਮੈਂ ਇੱਕ ਵਾਰ ਉਸ ਦਾ ਰਵੱਈਆ ਕੁਝ ਇਸ ਤਰ੍ਹਾਂ ਸਮਝਾਇਆ, ਦੇਖ ਭਾਈ, ਨਵੀਂ ਸ਼ੈਵਰਲੇ ਕਾਰ ਵਿੱਚ ਬੈਠਿਆਂ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਜਿਵੇਂ ਹਵਾ ਨਾਲ ਚੱਲ ਰਹੀ ਕਿਸੇ ਬੇੜੀ ਵਿੱਚ ਬੈਠਾ ਹਾਂ। ਇੰਜਨ ਕੋਈ ਝਟਕਾ ਨਹੀਂ ਲਾਉਂਦਾ, ਆਵਾਜ਼ ਨਹੀਂ ਕੱਢਦਾ, ਆਪਣੀ ਹੋਂਦ ਮਹਿਸੂਸ ਹੀ ਨਹੀਂ ਹੋਣ ਦਿੰਦਾ। ਪਰ ਇਸ ਦਾ ਇਹ ਅਰਥ ਨਹੀਂ ਕਿ ਇਸ ਦੇ ਅੰਦਰ ਵੀ ਕੋਈ ਝਟਕਾ ਨਹੀਂ, ਕੋਈ ਆਵਾਜ਼ ਨਹੀਂ। ਇਸ ਦੇ 6 ਸਿਲੰਡਰਾਂ ਵਿੱਚ ਗੈਸਾਂ ਬਣ ਕੇ ਫਟ ਰਹੀਆਂ ਹਨ ਤੇ ਇਹਨਾਂ ਵਿੱਚੋਂ ਇੱਕ ਫੱਟਾ ਸ਼ਾਇਦ ਇੱਕ ਕੰਧ ਨੂੰ ਡੇਗ ਦੇਵੇ। ਸਿਲੰਡਰ ਵਿੱਚ ਪਿਸਟਨ ਇੰਨੇ ਜ਼ੋਰ ਦੇ ਝਟਕੇ ਮਾਰਦੇ ਹਨ ਕਿ ਇੱਕ ਝਟਕੇ ਨਾਲ ਕੋਲ ਖੜੇ ਕਈਆਂ ਆਦਮੀਆਂ ਦੀ ਮੌਤ ਹੋ ਜਾਏ। ਪਰ ਇੰਜਨ ਦੀ ਮਸ਼ੀਨਰੀ ਨੇ ਇਸ ਸਭ ਕੁਝ ਤੇ ਕਾਬੂ ਪਾਇਆ ਹੋਇਆ ਹੁੰਦਾ ਹੈ ਤੇ ਮੋਟਰ ਵਿੱਚ ਬੈਠੇ ਆਦਮੀਆਂ ਨੂੰ ਸੁਪਨਾ ਵੀ ਨਹੀਂ ਆ ਸਕਦਾ ਕਿ ਇੰਜਨ ਵਿੱਚ ਇੰਨੀ ਅੱਗ, ਇੰਨੇ ਧਮਾਕੇ ਤੇ ਇੰਨਾ ਤੜਫਾਟ ਮਚਿਆ ਹੋਇਆ ਹੈ। ਇਹੋ ਕਾਰਨ ਸੀ ਕਿ ਉਸ ਕੁੜੀ ਨਾਲ ਕਈ ਸਾਲਾਂ ਦੀ ਕੁੱਲ ਮਿਲਣੀ ਮਿੱਤਰਤਾ ਪਿੱਛੋਂ ਵੀ ਮੈਨੂੰ ਇਹ ਪਤਾ ਨਹੀਂ ਸੀ ਕਿ ਮੈਂ ਕਿੱਥੇ ਖੜਾ ਹਾਂ। ਜੇ ਚਿਹਰੇ ਤੇ ਹੀ ਕਦੀ ਕੁਝ ਨਾ ਆਇਆ ਹੋਵੇ ਤਾਂ ਉਸ ਦੀ ਜ਼ਬਾਨ ਤੇ ਤਾਂ ਕੀ ਆਉਣਾ ਸੀ। ਮੇਰੇ ਕੋਲ ਇੰਨਾ ਕੋਈ ਰਚ ਨਹੀਂ ਸੀ ਜਿਸ ਨਾਲ ਮੈਂ ਇਹ ਬੁੱਝ ਸਕਦਾ ਕਿ ਉਸ ਦੇ ਦਿਲ ਵਿੱਚ ਮੇਰੇ ਲਈ ਕੋਈ ਥਾਂ ਹੈ ਕਿ ਨਹੀਂ। ਕਈ ਕੁੜੀਆਂ ਤੇ ਆਪੇ ਹੀ ਦੱਸ ਦਿੰਦੀਆਂ ਹਨ ਕਿ ਉਹ ਕਿੱਥੋਂ ਤੱਕ ਤੁਹਾਨੂੰ ਆਪਣੇ ਨਾਲ ਲੈ ਜਾਣਾ ਚਾਹੁੰਦੀਆਂ ਹਨ। ਇੱਕ ਵਾਰ ਤਾਂ ਇੱਕ ਕੁੜੀ ਮੇਰੇ ਬੁੱਲ੍ਹਾਂ ਤੇ ਧੱਕੇ ਜੋਰੀ ਸੁਰਖੀ ਲਾਉਣ ਦੇ ਬਹਾਨੇ ਮੇਰੇ ਨਾਲ ਚੰਬੜ ਗਈ ਸੀ। ਇੱਕ ਹੋਰ ਕੁੜੀ ਮੇਰੀ ਘੜੀ ਵੇਖਣ ਲਈ ਫੜ ਕੇ ਫਿਰ ਦਿੰਦੀ ਨਹੀਂ ਸੀ ਤੇ ਉਸ ਘੜੀ ਨੂੰ ਖੋਂਦਿਆਂ ਸਾਡੀ ਆਪੋ ਵਿੱਚ ਦੀ ਸਾਰੀ ਸੰਗ ਲੱਥ ਗਈ ਸੀ। ਇੱਕ ਹੋਰ ਵੇਰ ਇੱਕ ਕੁੜੀ ਕੋਲੋਂ ਅੱਖਾਂ ਵਿੱਚ ਦਾਰੂ ਪਵਾ ਕੇ ਮੀਟੀਆਂ ਅੱਖਾਂ ਨਾਲ ਮੈਂ ਉਸ ਨੂੰ ਘੁੱਟ ਲਿਆ ਸੀ। ਜਿਸ ਤਰ੍ਹਾਂ ਇਹ ਸਭ ਕੁਝ ਭੁਲੇਖੇ ਨਾਲ ਹੀ ਹੋਇਆ ਹੋਵੇ, ਉਸ ਤਰ੍ਹਾਂ ਵੀ ਮੈਂ ਕਿਸ ਕੁੜੀ ਦੇ ਕੋਲ ਬੈਠ ਕੇ ਗੱਲਾਂ ਬਾਤਾਂ ਕਰਦਿਆਂ ਇਹ ਦੱਸ ਸਕਦਾ ਸਾਂ ਕਿ ਉਹ ਮੇਰੇ ਨਾਲ ਕਿੱਥੋਂ ਤੱਕ ਜਾਣ ਲਈ ਤਿਆਰ ਹੈ। ਜਿਸ ਤਰ੍ਹਾਂ ਜੱਟੀਆਂ ਬਗੈਰ ਕੁੱਜੇ ਵਿੱਚ ਝਾਤੀ ਮਾਰਨ ਤੇ ਇਹ ਦੱਸ ਸਕਦੀਆਂ ਹਨ ਕਿ ਅੱਗ ਤੇ ਪਿਆ ਮੱਖਣ ਕਿੰਨਾ ਕੁ ਗਰਮ ਹੋ ਗਿਆ ਹੈ। ਪਰ ਉਸ ਕੁੜੀ ਬਾਰੇ ਤੇ ਕੁਝ ਪਤਾ ਹੀ ਨਹੀਂ ਲੱਗ ਸਕਦਾ ਸੀ। ਜੋ ਗੱਲਾਂ ਉਹ ਕਰਦੀ ਉਹ ਸਧਾਰਨ ਜਿਹੀਆਂ ਹੀ ਹੁੰਦੀਆਂ, ਆਪਣੇ ਕਾਲਜ ਦੇ ਪ੍ਰੋਫੈਸਰਾਂ ਦੀਆਂ, ਸਿਆਸੀ ਪਾਰਟੀਆਂ ਦੀਆਂ, ਲਾਹੌਰ ਦੇ ਹੋਟਲਾਂ ਸਿਨੇਮਿਆਂ ਦੀਆਂ ਤੇ ਕਦੀ-ਕਦੀ ਉਹ ਜ਼ਾਤੀ ਗੱਲਾਂ ਵੀ ਕਰਨ ਲੱਗ ਜਾਂਦੀ। ਪਰ ਉਹ ਡੂੰਘੀਆਂ ਦਿਲ ਦੀਆਂ ਗੱਲਾਂ ਨਾ ਹੁੰਦੀਆਂ। ਤੁਸੀਂ ਚਿੱਟੀਆਂ ਚੱਪਲੀਆਂ ਬੜੀਆਂ ਪਸੰਦ ਕਰਦੇ ਹੋ। ਪਹਿਲਾਂ ਤੇ ਇਹ ਸੋਹਣੀਆਂ ਲੱਗਦੀਆਂ ਨੇ ਪਰ ਮਗਰੋਂ ਆ ਕੇ ਅਸਲੋਂ ਖਰਾਬ ਹੋ ਜਾਂਦੀਆਂ ਨੇ। ਮੈਂ ਇੱਕ ਵੇਰੀ ਚਿੱਟੀ ਲਿਫਟੀ ਲਈ, ਬੜਾ ਵਕਤ ਪਿਆ। ਇੱਕ ਤੇ ਸਾਰੇ ਟੱਬਰ ਤੋਂ ਵੱਖਰੀ ਪਾਲਿਸ਼ ਰੱਖੋ, ਫਿਰ ਨੌਕਰ ਨੂੰ ਠੀਕ ਤਰ੍ਹਾਂ ਕਰਨ ਦੀ ਜਾਚ ਨਹੀਂ ਆਉਂਦੀ।
ਕਈ ਵੇਰ ਆਪ ਹੀ ਕਰਨੀ ਪੈਂਦੀ ਹੈ। ਮੈਂ ਤੇ ਉਸ ਲਿਫਟੀ ਤੋਂ ਪਿੱਛੋਂ ਤੌਬਾ ਕੀਤੀ, ਤੇ ਜਾਂ ਫਿਰ ਇਸ ਤੋਂ ਜ਼ਰਾ ਹੋਰ ਡੂੰਘੀਆਂ। ਇਕੱਲੇ ਰਹਿਣ ਤੋਂ ਮੈਂ ਬੜਾ ਘਬਰਾਨੀ ਹਾਂ। ਜਦੋਂ ਮੈਂ ਆਪਣੇ ਮਾਮਾ ਜੀ ਕੋਲ ਪੜ੍ਹਦੀ ਸਾਂ ਤਾਂ ਬਸ ਇੱਕ ਮਾਮਾ ਜੀ, ਇੱਕ ਮਾਮੀ ਜੀ, ਇੱਕ ਟੀਕ ਤੇ ਇੱਕ ਮੈਂ। ਸ਼ਹਿਰ ਵਿੱਚ ਮਕਾਨ, ਨਾ ਫੁੱਲ ਨਾ ਹਰਿਆਵਲ, ਬੜਾ ਜੀ ਅੱਕੇ। ਹਾਰ ਫਿਰ ਮੈਂ ਕੁੱਕੜੀਆਂ ਰੱਖੀਆਂ, ਨਿੱਕੇ ਨਿੱਕੇ ਚੂਚੇ ਬੜੇ ਪਿਆਰੇ ਲੱਗਣ। ਕਦੀ ਕੁੱਕੜੀ ਦੇ ਉੱਤੇ ਚੜ੍ਹ ਜਾਣ ਤੇ ਕਦੀ ਉਸ ਦੇ ਹੇਠ ਵੜ ਜਾਣ। ਕਦੀ ਇੱਕ ਦੇ ਕੋਈ ਚੀਜ਼ ਕਾਬੂ ਆ ਜਾਏ ਤਾਂ ਦੂਸਰਾ ਉਸ ਤੋਂ ਖੂਨ ਦੌੜੇ ਤੇ ਫਿਰ ਆਪੋ ਵਿੱਚ ਲੜਨ ਤੇ ਬੜੀ ਰੌਣਕ ਲੱਗੇ। ਕੋਈ ਚੀਜ਼ ਤੇ ਚਾਹੀਦੀ ਏ ਨਾ, ਜਿਸ ਵੱਲ ਉੱਠ ਕੇ ਬੰਦਾ ਚਾਈਂ ਚਾਈਂ ਵੇਖੇ ਪਈ ਕਿਹੋ ਜਿਹੀ ਲੱਗਦੀ ਏ। ਕੰਧਾਂ, ਕੁਰਸੀਆਂ ਤੇ ਹੋਰ ਸਮਾਨ ਤੇ ਰੋਜ਼ ਇੱਕੋ ਤਰ੍ਹਾਂ ਦਾ ਹੀ ਲੱਗਦਾ ਏ। ਇਹੋ ਜਿਹੀਆਂ ਗੱਲਾਂ ਤੋਂ ਉਖੇੜ ਕੇ ਉਸ ਨੂੰ ਕਿਸੇ ਹੋਰ ਲੀਹ ਤੇ ਟੋਰਨਾ ਬੜਾ ਔਖਾ ਸੀ। ਉਹ ਚੁੱਪ ਹੋ ਜਾਂਦੀ, ਬਗੈਰ ਗੁੱਸਾ ਕਰਨ ਦੇ, ਬਗੈਰ ਇਹ ਮਹਿਸੂਸ ਕਰਨ ਦੇ ਕਿ ਕਿਸੇ ਨੇ ਉਸ ਨੂੰ ਕਿਸੇ ਹੋਰ ਲੀਹ ਤੇ ਟੋਰਨ ਦੀ ਕੋਸ਼ਿਸ਼ ਕੀਤੀ ਹੈ। ਪਰ ਫਿਰ ਵੀ ਮੇਰੀ ਉਸ ਵਿੱਚ ਦਿਲਚਸਪੀ ਘਟਦੀ ਨਹੀਂ ਸੀ ਦਿਸਦੀ। ਮੈਂ ਬੜੇ ਔਖ ਵਿੱਚ ਫਸਿਆ ਹੋਇਆ ਸਾਂ, ਪੱਕੇ ਪੈਰਾਂ ਤੇ ਹੋਣ ਲਈ ਬੇਤਾਬ ਸਾਂ। ਇਸ ਤਰ੍ਹਾਂ ਜੀ ਕਰਦਾ ਸੀ ਕਿ ਉਸ ਦੀ ਛਾਤੀ ਪਾੜ ਕੇ ਦੇਖ ਲਵਾਂ ਕਿ ਮੇਰੇ ਲਈ ਉਸ ਵਿੱਚ ਪਿਆਰ ਹੈ ਕਿ ਨਹੀਂ। BA ਪਾਸ ਕਰਨ ਪਿੱਛੋਂ ਇਸ ਦੀ ਦਿੱਲੀ ਪੜ੍ਹਨ ਦੀ ਸਲਾਹ ਹੋਈ। ਉਸ ਨੂੰ ਦਿੱਲੀ ਵਿੱਦਿਆ ਕਰਨ ਲਈ ਸਾਡੇ ਘਰ ਉਸ ਦੀ ਟੀ ਪਾਰਟੀ ਹੋਈ। ਕਈ ਹੋਰ ਕੁੜੀਆਂ ਵੀ ਸੱਦੀਆਂ ਹੋਈਆਂ ਸਨ। ਚਾਹ ਦਾ ਸਾਰਾ ਸਮਾਨ ਵੱਡੇ ਮੇਜ਼ ਤੇ ਲਵਾ ਕੇ ਮੈਂ ਕੁੜੀਆਂ ਨੂੰ ਉੱਥੇ ਆਉਣ ਲਈ ਕਹਿ ਆਇਆ। ਆਰਾਮ ਕੁਰਸੀ ਤੇ ਬੈਠੀ ਨੂੰ ਮੈਂ ਬਾਹੋਂ ਫੜ ਕੇ ਉਠਾਉਣ ਲੱਗਾ ਤਾਂ ਉਸ ਦੇ ਹੱਥੀਂ ਪਿਆ ਇੱਕ ਗਜਰਾ ਟੁੱਟ ਗਿਆ। ਕੁਝ ਕੱਚੇ ਜਿਹੇ ਪੈ ਕੇ ਮੈਂ ਉਸ ਦੀ ਬਾਂਹ ਛੱਡ ਦਿੱਤੀ। ਰਾਤ ਨੂੰ ਅਸੀਂ ਸਾਰੇ ਉਸ ਨੂੰ ਦਿੱਲੀ ਦੀ ਗੱਡੀ ਚੜ੍ਹਾਉਣ ਗਏ। ਉਸ ਨਾਲ ਹੋ ਰਹੇ ਲਾਡ ਚਾਅ ਨੇ ਉਸ ਦੇ ਰੰਗ ਰੂਪ ਵਿੱਚ ਵਾਧਾ ਕੀਤਾ ਹੋਇਆ ਸੀ। ਉਹ ਵਿੱਦਿਆ ਕਰਨ ਆਏ ਲੋਕਾਂ ਵਿੱਚੋਂ ਕਦੀ ਕਿਸੇ ਤੇ ਕਦੀ ਕਿਸੇ ਨਾਲ ਗੱਲਾਂ ਕਰਦੀ। ਮੇਰੇ ਕੋਲ ਆ ਕੇ ਉਸਨੇ ਕਮੀਜ਼ ਦੀ ਜੇਬ ਵਿੱਚ ਹੱਥ ਮਾਰ ਕੇ ਟੁੱਟੇ ਹੋਏ ਗਜਰੇ ਦੇ 2 ਟੋਟੇ ਕੱਢੇ ਤੇ ਮੇਰਾ ਹੱਥ ਫੜ ਕੇ ਮੇਰੀ ਮੁੱਠ ਵਿੱਚ ਰੱਖ ਦਿੱਤੇ। ਐ ਲਓ ਸਾਂਭੋ ਆਪਣਾ ਭੰਨਿਆ ਹੋਇਆ ਗਜਰਾ, ਮੈਂ ਇਸ ਦਾ ਕੀ ਕਰਨਾ ਹੈ? ਮੈਨੂੰ ਨਵੇਂ ਗਜਰੇ ਲੈ ਕੇ ਮੇਰੇ ਦਿੱਲੀ ਦੇ ਪਤੇ ਤੇ ਭੇਜ ਦੇਣੇ। ਅੱਜ ਕੋਲੰਬਸ ਨੂੰ ਅਚਨਚੇਤ ਧਰਤੀ ਦਿਸ ਪਈ ਸੀ।